ਅਧਿਆਪਕ ਤੇ ਚੌਕ ਦਾ ਰਿਸ਼ਤਾ ਬੜਾ ਗੂੜਾ ਹੈ। ਅਧਿਆਪਕਾਂ ਨੂੰ ਤੁਸੀਂ ਕਲਾਸਾਂ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਚੌਕ ਨਾਲ ਜਵਾਕਾਂ ਨੂੰ ਪੜ੍ਹਾਉਂਦੇ ਜ਼ਰੂਰ ਦੇਖਿਆ ਹੋਊਗਾ। ਅੱਜ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਅਧਿਆਪਕ ਉਸ ਚੌਕ ਦੇ ਵਿੱਚੋਂ ਮੂਰਤਾਂ ਕੱਢ ਲੈਂਦੇ ਨੇ ਕਿ ਇਹ ਚੌਕ ਤਾਂ ਚਲੋ ਹੱਥ 'ਚ ਰਹਿੰਦਾ ਹੀ ਰਹਿੰਦਾ, ਥੋਕ ਕਿਵੇਂ ਆਇਆ ਕਿ ਇਹਦੇ ਤੇ ਮੈਂ ਕੋਈ ਕਲਾ ਵੀ ਕਰ ਸਕਦਾ, ਕਲਾਕ੍ਰਿਤੀ ਕਰ ਸਕਦਾ। ਐਕਚੁਅਲੀ ਜਿੱਦਾਂ ਕਹਿੰਦੇ ਨੇ ਖਾਲੀ ਦਿਮਾਗ ਸਮਤਸਥਾਨ ਦਾ ਘਰ। ਇੱਕ ਘਰ ਬਣਾਇਆ ਹੋਇਆ, ਉਸ ਘਰ ਦੇ ਵਿੱਚ ਜਿਹੜਾ ਫਰਨੀਚਰ ਵੀ ਲੱਗਾ ਹੋਇਆ ਉਹ ਵੀ ਸਾਰਾ ਚੌਕ ਦਾ ਬਣਾਇਆ ਹੋਇਆ ਹੈਗਾ। ਪੌੜੀਆਂ ਬਣੀਆਂ ਹੋਈਆਂ, ਉਹਨਾਂ ਦੀਆਂ ਜਿਹੜੀਆਂ ਸਪੋਰਟਾਂ ਵੀ ਲੱਗੀਆਂ ਹੋਈਆਂ ਹੈਗੀਆਂ, ਉਹ ਬਿਲਕੁਲ ਜਿਵੇਂ ਆਮ ਘਰਾਂ ਦੇ ਵਿੱਚ ਸਾਡੇ ਲੱਗੀਆਂ ਹੁੰਦੀਆਂ ਉਸੇ ਤਰ੍ਹਾਂ ਦੀਆਂ ਲੱਗੀਆਂ ਹੋਈਆਂ ਨੇ। ਬਾਦਾਮ ਦੇ ਪੀਸ ਦੇ ਉੱਪਰ ਜੀ, ਉਹਦੇ ਉੱਪਰ ਮੈਂ ਫੇਸਿਸ ਘੜੇ ਨੇ ਅਲੱਗ-ਅਲੱਗ ਜੀ कि सब सोचते हैं चांद आसमान में रहता है, जबकि उसको तो मैंने चुरा रखा है। असल में वो रहता है धरती पे मेरे पास, आसमान में तो मैंने आईना लगा रखा है। ਰੋਸ਼ਨੀਆਂ ਦੇ ਵਾਰਸ ਜੋ ਅੰਧਕਾਰ ਜਿਨ੍ਹਾਂ ਤੋਂ ਡਰਦਾ ਹੈ, ਅਧਿਆਪਕ ਉਹਨੂੰ ਕਹਿੰਦੇ ਨੇ ਜੋ ਖੁਦ ਦੀਵਾ ਬਣ ਕੇ ਬਲਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਹੀਨ ਕੋਟਕਪੂਰਾ। ਦਰਸ਼ਕੋ, ਅਧਿਆਪਕ ਤੇ ਚੌਕ ਦਾ ਰਿਸ਼ਤਾ ਬੜਾ ਗੂੜਾ ਹੈ ਤੇ ਅਧਿਆਪਕਾਂ ਨੂੰ ਤੁਸੀਂ ਕਲਾਸਾਂ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਚੌਕ ਨਾਲ ਜਵਾਕਾਂ ਨੂੰ ਪੜ੍ਹਾਉਂਦੇ ਜ਼ਰੂਰ ਦੇਖਿਆ ਹੋਊਗਾ। ਪਰ ਅੱਜ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਜਿਸ ਅਧਿਆਪਕ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਅਧਿਆਪਕ ਜੋ ਉਸ ਚੌਕ ਦੇ ਵਿੱਚੋਂ ਮੂਰਤਾਂ ਕੱਢ ਲੈਂਦੇ ਨੇ ਤੇ ਨਾਲ ਨੇ ਮੇਰੇ ਮਾਸਟਰ ਬਲਰਾਜ ਜੀ। ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ। ਮੂਰਤਾਂ ਚੌਕ ਨਾਲ ਪਹਿਲਾਂ ਤਾਂ ਮੈਨੂੰ ਪਿਆਰ ਦੱਸੋ ਵੀ ਇੰਨਾ ਚੌਕ ਨਾਲ ਪਿਆਰ ਕਿਵੇਂ ਪਿਆ ਤੁਹਾਡਾ? ਅਧਿਆਪਕ ਦੀ ਤੁਸੀਂ ਗੱਲ ਕੀਤੀ ਹੈ ਤੇ ਚੌਕ ਤਾਂ ਇੱਕ ਬਹੁਤ ਵੱਡਾ ਹਥਿਆਰ ਹੈ ਜੀ ਅਧਿਆਪਕ ਦਾ, ਤੇ ਪਿਆਰ ਤਾਂ ਉਦੋਂ ਤੋਂ ਹੀ ਪਿਆ ਜਦੋਂ ਪ੍ਰੋਫੈਸ਼ਨ ਚੁਣਿਆ ਸੀਗਾ ਜੀ। ਬਿਲਕੁਲ। ਆਮ ਤੌਰ ਤੇ ਅਧਿਆਪਕਾਂ ਨੂੰ ਚੌਕ ਨਾਲ ਪੜ੍ਹਾਉਂਦੇ ਦੇਖਿਆ ਬਲੈਕ ਬੋਰਡ ਤੇ, ਪਰ ਆਹ ਮੂਰਤਾਂ ਕੱਢਣ ਵਾਲਾ ਜਿਹੜਾ ਸਬੱਬ ਬਣਿਆ ਇਹ ਕਦੋਂ ਦਾ? ਬਸ ਇਹ ਪ੍ਰਮਾਤਮਾ ਨੇ ਇੱਕ ਚੁਣ ਲਿਆ ਜੀ ਇਸ ਵਾਸਤੇ ਕਿ ਇੱਕ ਅਲੱਗ ਚੌਕ ਨੂੰ ਜਿਹੜਾ ਆਰਟ ਦੇ ਫੀਲਡ ਦੇ ਵਿੱਚ ਇੱਕ ਅਲੱਗ ਮੁਕਾਮ ਹਾਸਿਲ ਜਾਂ ਫਿਰ ਉਧਰਲੇ ਪਾਸੇ ਨੂੰ ਤੁਰਨ ਦੀ ਗੱਲ ਹੈਗੀ ਹੈ ਕਿ ਇੱਕ ਚੌਕ ਜਿਹੜਾ ਆਪਾਂ ਸੁਣਿਆ ਹੈਗਾ ਹਲੇ ਤੱਕ ਬਲੈਕ ਬੋਰਡ 'ਤੇ ਹੀ ਚੱਲਦਾ ਹੈ ਜਾਂ ਫਿਰ ਟੀਚਰ ਹੀ ਯੂਜ਼ ਕਰਦੇ ਨੇ, ਆਰਟ ਦੇ ਫੀਲਡ ਦੇ ਵਿੱਚ ਕਦੇ ਸੁਣਿਆ ਨਹੀਂ। ਤਾਂ ਬਸ ਇੱਕ ਮਾਈਂਡ ਦੇ ਵਿੱਚ ਆਈ ਇੱਕ ਵਾਰ ਇੱਦਾਂ ਹੀ ਫ੍ਰੀ ਟਾਈਮ ਦੇ ਵਿੱਚ ਬੈਠੇ ਬੈਠੇ ਇੱਕ ਕਲਾਕ੍ਰਿਤੀ ਘੜੀ ਗਈ ਤੇ ਉਸ ਤੋਂ ਬਾਅਦ ਇਹ ਜਿਹੜਾ ਸਫ਼ਰ ਹੈਗਾ ਹਲੇ ਤੱਕ ਕੰਟੀਨਿਊ ਹੈ ਜੀ। ਕਿਵੇਂ ਥੋਟ ਕਿਵੇਂ ਆਇਆ ਕਿ ਇਹ ਚੌਕ ਤਾਂ ਚਲੋ ਹੱਥ 'ਚ ਰਹਿੰਦਾ ਹੀ ਰਹਿੰਦਾ, ਥੋਟ ਕਿਵੇਂ ਆਇਆ ਕਿ ਇਹਦੇ 'ਤੇ ਮੈਂ ਕੋਈ ਕਲਾ ਵੀ ਕਰ ਸਕਦਾ, ਕਲਾਕ੍ਰਿਤੀ ਕਰ ਸਕਦਾ? ਐਕਚੁਅਲੀ ਜਿੱਦਾਂ ਕਹਿੰਦੇ ਨੇ ਖਾਲੀ ਦਿਮਾਗ ਸਮਤਸਥਾਨ ਦਾ ਘਰ, ਤੇ ਮੈਂ ਖਾਲੀ ਬੈਠਿਆ ਸੀਗਾ ਜਿੱਦਾਂ। ਹੁਣ ਉਹ ਕਹਿ ਸਕਦੇ ਵੀ ਸ਼ਾਇਦ ਪੋਜ਼ੀਟਿਵ ਵੱਲ ਨੂੰ ਚਲੀ ਗਈ ਜਾਂ ਫਿਰ ਇੱਕ ਚੌਕ ਸੀਗਾ ਮੇਰੇ ਕੋਲ ਖਾਲੀ ਟਾਈਮ ਦੇ ਵਿੱਚ ਬੈਠੇ ਇੱਦਾਂ ਹੀ, ਅਤੇ ਖਾਲੀ ਪੈਨ ਸੀਗਾ ਅਤੇ ਮੈਂ ਉਹਦੇ ਨਾਲ ਉਹ ਟਾਈਮ ਪਾਸ ਕਰਨ ਵਾਸਤੇ ਇੱਕ ਘੜਨ ਲੱਗ ਗਿਆ ਉਹਨੂੰ, ਅਤੇ ਉਹ ਟਾਈਮ ਪਾਸ ਕਰਦੇ ਕਰਦੇ ਇੱਕ ਜਿਹੜਾ ਸੀਗਾ ਇੱਕ ਫੇਸ ਬਣ ਗਿਆ ਉਹ ਪਹਿਲੀ ਦਫਾ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਅਲੱਗ-ਅਲੱਗ ਕਲਾਕ੍ਰਿਤੀਆਂ, ਜਿਹੜੇ ਅਲੱਗ-ਅਲੱਗ ਡਿਜ਼ਾਈਨਸ, ਅਲੱਗ-ਅਲੱਗ ਜਿੰਨੇ ਵੀ ਕਰੈਕਟਰ ਨੇ ਉਹ ਫਿਰ ਘੜੇ ਗਏ। ਕੀ ਮਾਸਟਰ ਜੀ ਕੀ ਬਣਾਇਆ ਫਿਰ ਚੌਕ ਤੋਂ? ਬਹੁਤ ਅਲੱਗ-ਅਲੱਗ ਪਰਸਨੈਲਿਟੀਜ਼, ਜਿੱਦਾਂ ਆਪਾਂ ਆਪਣੇ ਦੇਸ਼ ਦੀ ਅਲੱਗ-ਅਲੱਗ ਜਿਹੜੀ ਫੇਮਸ ਪਰਸਨੈਲਿਟੀਜ਼ ਬਣਾਈ ਗਈਆਂ, ਜਾਂ ਫਿਰ ਆਪਾਂ ਰਿਲੀਜੀਅਸ ਜਿਹੜੇ ਕਰੈਕਟਰ ਨੇ ਸਾਡੇ, ਉਹਨਾਂ 'ਤੇ ਵੀ ਕੰਮ ਕੀਤਾ ਗਿਆ ਜੀ। ਤੇ ਮੈਂ ਵੇਖ ਰਿਹਾ ਪਿੱਛੇ ਤੇ ਤੁਹਾਨੂੰ ਵੀ ਦਿਖ ਰਿਹਾ ਹੋਊਗਾ ਕਿ ਇਹ ਜਿਹੜੀਆਂ ਕਲਾਕ੍ਰਿਤੀਆਂ ਚੌਕਾਂ ਦੁਆਰਾ ਹੀ ਕੀਤੀਆਂ ਗਈਆਂ ਨੇ ਤੇ ਬਹੁਤ ਸਾਰੇ ਕਰੈਕਟਰ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ। ਪਿੱਛੇ ਇੱਕ ਘਰ ਬਣਾਇਆ ਹੋਇਆ, ਉਸ ਘਰ ਦੇ ਵਿੱਚ ਜਿਹੜਾ ਫਰਨੀਚਰ ਵੀ ਲੱਗਿਆ ਹੋਇਆ ਉਹ ਵੀ ਸਾਰਾ ਚੌਕ ਦਾ ਬਣਾਇਆ ਹੋਇਆ ਹੈਗਾ। ਇੰਨੇ ਥੋਟ, ਇੰਨੀਆਂ ਸਾਰੀਆਂ ਚੀਜ਼ਾਂ, ਕਿਉਂਕਿ ਚੌਕ ਦਾ ਚਲੋ ਗੋਲਾਕਾਰ ਇੱਕ ਚੌਕ ਜਿਹੜਾ ਹੁੰਦਾ ਹੈਗਾ ਹੈ ਨਾ, ਕਿਉਂਕਿ ਬਹੁਤ ਸਾਰੀਆਂ ਮੈਂ ਚੀਜ਼ਾਂ ਵੀ ਵੇਖ ਰਿਹਾ ਜਿਹੜੀਆਂ ਚੌਰਸ ਆਕਾਰ ਦੇ ਵਿੱਚ ਹੈਗੀਆਂ ਨੇ, ਤੇ ਇਹਨਾਂ ਨੂੰ ਕਿਵੇਂ ਮਤਲਬ ਇਹ ਆਉਂਦਾ ਹੈਗਾ ਕਿ ਇਸ ਚੌਕ ਨੂੰ ਮੈਂ ਇਸ ਤਰੀਕੇ ਵੀ ਢਾਲ ਸਕਦਾ? ਜਦੋਂ ਬਣਾਉਣ ਦੀ ਗੱਲ ਫਿਰ ਇੱਧਰ ਮਾਈਂਡ ਦੇ ਵਿੱਚ ਆ ਗਿਆ ਕਿ ਇੱਕ ਚੀਜ਼ ਜਿੱਦਾਂ ਘਰ ਦੀ ਗੱਲ ਆਪਾਂ ਕਰ ਰਹੇ ਹਾਂ, ਤਾਂ ਫਿਰ ਘਰ ਉਹ ਬਣਾਇਆ ਗਿਆ ਤਾਂ ਘਰ ਲੱਗਣਾ ਚਾਹੀਦਾ। ਜੇ ਮੈਂ ਉਸ ਘਰ ਨੂੰ ਉਸ ਲੁੱਕ ਦੇ ਵਿੱਚ ਨਹੀਂ ਪੇਸ਼ ਕਰ ਚੁੱਕਿਆ ਤਾਂ ਫਿਰ ਮੇਰੇ ਖਿਆਲ 'ਤੇ ਉਹ ਕਲਾਕਾਰੀ ਦਾ ਕੋਈ ਫਾਇਦਾ ਨਹੀਂ ਹੈਗਾ। ਅਤੇ ਕੋਸ਼ਿਸ਼ ਰਹੀ ਕਿ ਜਿੰਨਾ ਕੁ ਕਰ ਸਕਾਂ, ਜਿੱਦਾਂ ਤੁਸੀਂ ਦੇਖ ਸਕਦੇ ਹੋ ਸੀੜੀਆਂ ਜਾਂ ਰੇਲਿੰਗ ਜਿੰਨੀ ਵੀ ਬਣਾਈ ਗਈ ਹੈ, ਜਾਂ ਫਿਰ ਉਹਦਾ ਬੇਸ ਹੈਗਾ ਹੈ, ਫਲੋਰ ਜਿਹੜਾ ਬਣਾਇਆ ਗਿਆ, ਉਹ ਟੋਟਲੀ ਕੰਧਾਂ ਨੇ, ਦੀਵਾਰ ਦੇ ਖਿੜਕੀਆਂ ਨੇ, ਦਰਵਾਜ਼ੇ, ਜਿਹੜੀ ਉਹਨਾਂ ਦੀ ਆਪਾਂ ਅਲੱਗ-ਅਲੱਗ ਜਿਹੜੀ ਜਿੰਨੀ ਵੀ ਹੋ ਸਕਿਆ ਜੋ ਕੁਛ ਮੈਂ ਦਿਖਾ ਸਕਦਾ ਸੀਗਾ ਚੌਕ ਦੇ ਜ਼ਰੀਏ। ਫਰਨੀਚਰ ਅੰਦਰ ਸੋਫਾ ਲੱਗਿਆ ਹੋਇਆ, ਕੁਰਸੀ ਲੱਗੀ ਵੀ ਹੈ, ਟੇਬਲ ਲੱਗਿਆ ਹੋਇਆ, ਬੈੱਡ ਲੱਗਿਆ ਹੋਇਆ, ਟੋਟਲੀ ਇੱਕ ਘਰ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਕੁ ਹੋ ਸਕੇ ਓਨਾ ਕੁ ਮੈਂ ਦਿਖਾ ਪਾਵਾਂ।
ਬਿਲਕੁਲ ਬਹੁਤ, ਕਿਉਂਕਿ ਯੂਨੀਕ ਵੀ ਲੱਗ ਰਿਹਾ ਤੇ ਬਹੁਤ ਅਸਲ ਵੀ ਲੱਗ ਰਿਹਾ, ਕਿਉਂਕਿ ਉਹ ਚੌਕਾਂ ਦਾ ਬਣਾਇਆ ਹੋਇਆ ਤਾਂ ਬਿਲਕੁਲ ਹੀ ਨਹੀਂ ਲੱਗ ਰਿਹਾ। ਜਿਵੇਂ ਆਫ ਕੈਮਰਾ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਵੇਂ ਪੌੜੀਆਂ ਬਣੀਆਂ ਹੋਈਆਂ, ਉਹਨਾਂ ਦੀਆਂ ਜਿਹੜੀਆਂ ਸਪੋਰਟਾਂ ਵੀ ਲੱਗੀਆਂ ਹੋਈਆਂ ਹੈਗੀਆਂ, ਉਹ ਬਿਲਕੁਲ ਜਿਵੇਂ ਆਮ ਘਰਾਂ ਦੇ ਵਿੱਚ ਸਾਡੇ ਲੱਗੀਆਂ ਹੁੰਦੀਆਂ ਉਸੇ ਤਰ੍ਹਾਂ ਦੀਆਂ ਲੱਗੀਆਂ ਹੋਈਆਂ ਨੇ। ਤੇ ਮਾਸਟਰ ਜੀ ਹੋਰ ਕੀ ਚੀਜ਼ਾਂ ਬਣਾ ਲੈਂਦੇ ਹੋ? ਕੱਲਾ ਚੌਕ ਤੇ ਹੀ ਆਰਟ ਕੀਤਾ ਜਾਂ ਹੋਰ ਵੀ ਚੀਜ਼ਾਂ ਤੇ ਕਰਦੇ ਹੋ? ਹਾਲੇ ਤੱਕ ਚੌਕ ਨੂੰ ਲੈ ਕੇ ਹੀ ਕੰਮ ਕਰ ਰਿਹਾ ਸੀਗਾ ਮੈਂ ਪਿਛਲੇ ਕਾਫੀ ਟਾਈਮ ਤੋਂ, 10 ਸਾਲ ਹੋ ਗਏ ਤਕਰੀਬਨ ਚੌਕ ਤੇ ਕੰਮ ਕਰਦੇ ਹੋਏ। ਪਰ ਰੀਸੈਂਟਲੀ ਮੈਂ ਇੱਕ ਹੋਰ ਚੀਜ਼ ਤੇ ਕੰਮ ਕਰਨਾ ਸਟਾਰਟ ਕੀਤਾ। ਬਦਾਮ ਨੂੰ ਮੈਂ ਲੈ ਕੇ ਕਾਰਵਿੰਗ ਕਰਨੀ ਸਟਾਰਟ ਕੀਤੀ ਸੀਗੀ, ਬਦਾਮ ਦੇ ਪੀਸ ਦੇ ਉੱਪਰ ਜੀ। ਉਹਦੇ ਉੱਪਰ ਮੈਂ ਫੇਸਿਸ ਘੜੇ ਨੇ ਅਲੱਗ-ਅਲੱਗ ਜੀ। ਅੱਛਾ, ਹੁਣ ਬਦਾਮਾਂ ਦੇ ਜਿਹੜੇ ਹੁੰਦੇ ਹੈਗੇ, ਬਦਾਮਾਂ ਦੇ ਉੱਤੇ ਵੀ ਸਾਨੂੰ ਫੇਸ ਦੇਖਣ ਨੂੰ ਮਿਲਦਾ। ਹਾਂਜੀ ਬਿਲਕੁਲ ਜੀ, ਬਿਲਕੁਲ। ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਜ਼ਿਆਦਾ ਕੰਮ ਬਦਾਮ ਨੂੰ ਲੈ ਕੇ ਕੀਤਾ ਜਾਵੇ। ਤੇ ਹਲੇ ਤੱਕ ਤਾਂ ਹਿਊਮਨ ਫਿਗਰ ਬਣਾਈਆਂ ਨੇ, ਫੇਸਿਸ ਬਣਾਏ ਨੇ। ਗਣੇਸ਼ ਜੀ ਦਾ ਫੇਸ ਬਣਾਇਆ, ਹਾਰਟ ਸ਼ੇਪ ਜਾਂ ਫਿਰ ਅਲੱਗ ਡਿਜ਼ਾਈਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਆਉਣ ਵਾਲੇ ਟਾਈਮ ਦੇ ਵਿੱਚ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਨੂੰ ਜੋ ਮਤਲਬ ਮੈਂ ਕੰਮ ਕਰ ਰਿਹਾ ਸੀਗਾ ਕਿ ਮੈਨੂੰ ਲੱਗਿਆ ਕਿ ਸ਼ਾਇਦ ਚੌਕ ਦੇ ਨਾਲ ਮੈਨੂੰ ਕੰਮ ਕਰਦੇ ਨੂੰ ਬਹੁਤ ਟਾਈਮ ਹੋ ਗਿਆ, ਪਰ ਮੈਨੂੰ ਈਜ਼ੀ ਲੱਗਿਆ ਚੌਕ ਦੇ ਉੱਪਰ ਬਦਾਮ ਨਾਲੋਂ ਕੰਮ ਕਰਨਾ। ਬਦਾਮ ਜ਼ਿਆਦਾ ਮੁਸ਼ਕਿਲ ਹੈ ਬਦਾਮ 'ਤੇ ਕੰਮ ਕਰਨਾ, ਕਿਉਂਕਿ ਚੌਕ ਦੇ ਨਾਲ ਤੁਸੀਂ ਜਿੱਥੋਂ ਖੁਰਚਦੇ ਉਹਨੂੰ ਉਹ ਨਿਕਲ ਜਾਂਦੀ ਹੈ। ਇੱਥੇ ਬਦਾਮ ਦੇ ਉੱਪਰ ਲੇਅਰਸ ਨੇ ਅਲੱਗ-ਅਲੱਗ, ਅਤੇ ਉਹ ਇੱਕ ਲੇਅਰ ਜੇ ਤੁਸੀਂ ਕੱਢਦੇ ਹੋ ਤਾਂ ਪੂਰੀ ਨਿਕਲ ਜਾਂਦੀ ਹੈ। ਉਹ ਬੜਾ ਥੋੜ੍ਹਾ ਜਿਹਾ ਹੋਰ ਜ਼ਿਆਦਾ ਔਖਾ ਹੋ ਗਿਆ ਮਤਲਬ ਜੀ। ਹੁਣ ਫਿਰ ਮਤਲਬ ਉਸ ਨੂੰ ਵੀ ਤਰਾਸ਼ ਰਹੇ ਹੋਗੇ ਕਿ ਬਹੁਤ ਸੋਹਣੀਆਂ ਚੀਜ਼ਾਂ ਸਾਨੂੰ ਬਦਾਮਾਂ ਦੇ ਵਿੱਚ ਵੀ ਦੇਖਣ ਨੂੰ ਮਿਲਣਗੀਆਂ ਜੀ। ਕੋਸ਼ਿਸ਼ ਹੈਗੀ ਹੈ, ਦੇਖਦਾ ਹਾਂ ਕਿ ਕਿੱਥੇ ਤੱਕ ਮੈਂ ਸਫਲਤਾ ਵੱਲ ਜਾ ਸਕਦਾ। ਮਾਸਟਰ ਜੀ, ਚੌਕਾਂ ਵਾਲੀ ਜਿਹੜੀ ਗੱਲ ਕਰਦੇ ਸੀ, ਚੌਕਾਂ ਦੀ ਕਲਾਕ੍ਰਿਤੀ ਦੀ ਜਿਹੜੀ ਗੱਲ ਕਰਦੇ ਸੀਗੇ, ਸੈਲੀਬ੍ਰਿਟੀਜ਼ ਦੀ ਤੁਸੀਂ ਗੱਲ ਕੀਤੀ, ਬਹੁਤ ਸਾਰੀਆਂ ਸੈਲੀਬ੍ਰਿਟੀਜ਼ ਦੀਆਂ ਤੁਸੀਂ ਮੂਰਤਾਂ ਬਣਾਈਆਂ ਨੇ, ਤੇ ਮੈਂ ਚਾਹੂੰਗਾ ਕੋਈ ਇੱਕ ਸੈਲੀਬ੍ਰਿਟੀ ਚੱਕ ਕੇ ਦਰਸ਼ਕਾਂ ਨੂੰ ਦਿਖਾਈ ਜਾਵੇ। ਸਾਡੇ ਬਾਲੀਵੁੱਡ ਦੇ ਮਹਾਨਾਇਕ ਜਿਹੜੇ ਅਮਿਤਾਭ ਬੱਚਨ ਜੀ, ਇਹਨਾਂ ਦੀ ਕਲਾਕ੍ਰਿਤੀ ਘੜੀ ਗਈ ਹੈ। ਇਹਨਾਂ ਦਾ ਚਸ਼ਮਾ ਵੀ ਬਣਾਇਆ ਗਿਆ ਸੀਗਾ, ਉਹ ਥੋੜ੍ਹਾ ਜਿਹਾ ਜ਼ਿਆਦਾ ਡੈਲੀਕੇਟ ਹੋ ਗਿਆ ਸੀਗਾ, ਇਸ ਕਰਕੇ ਉਹ ਟੁੱਟ ਗਿਆ, ਅਤੇ ਹੁਣ ਦੁਬਾਰਾ ਲਗਾਵਾਂਗਾ ਚਸ਼ਮਾ। ਅਤੇ ਇਹ ਅਮਿਤਾਭ ਬੱਚਨ ਜੀ ਹੈਗੇ ਨੇ। ਰਜਨੀਕਾਂਤ ਦੀ ਵੀ ਤੁਹਾਨੂੰ ਇੱਥੇ ਕਲਾਕ੍ਰਿਤੀ ਹੈਗੀ ਹੈ ਜਿਹੜੀ ਉਹ ਦੇਖਣ ਨੂੰ ਮਿਲੇਗੀ। ਰਜਨੀਕਾਂਤ ਜੀ ਸਾਊਥ ਦੇ ਜਿਹੜੇ ਸੁਪਰ ਸਟਾਰ ਨੇ, ਉਹ ਬਣਾਏ ਗਏ ਨੇ। ਫਿਰ ਸਾਡੇ ਸੰਵਿਧਾਨ ਰਚయిਤਾ BR ਅੰਬੇਡਕਰ ਜੀ, ਉਹਨਾਂ ਦੀ ਕਲਾਕ੍ਰਿਤੀ ਆ ਜਿਹੜੀ ਹੈਗੀ ਹੈ ਇਹ ਬਣਾਈ ਗਈ ਹੈ, ਕਿਉਂਕਿ ਇਹਨਾਂ ਦੇ ਜੋ ਆਪਾਂ ਗੱਲ ਕਰੀਏ ਬਹੁਤ ਵੱਡਾ ਯੋਗਦਾਨ ਹੈਗਾ ਸਮਾਜ ਦੇ ਵਿੱਚ ਸਾਡੇ। ਇਹਨਾਂ ਦਾ ਜੋ ਸੰਵਿਧਾਨ ਇਹਨਾਂ ਨੇ ਲਿਖਿਆ ਹੈਗਾ, ਅਤੇ ਬਹੁਤ ਇਹਨਾਂ ਦਾ ਇੱਕ ਬਹੁਤ ਵੱਡਾ ਅਹੁਦਾ ਹੈਗਾ, ਅਤੇ ਮਾਈਂਡ ਦੇ ਵਿੱਚ ਆਇਆ ਕਿ ਇਹਨਾਂ ਦੀ ਜ਼ਰੂਰ ਕਲਾਕ੍ਰਿਤੀ ਘੜੀ ਜਾਵੇ ਜੀ। ਜੀ। ਤੇ ਦੇਵੀ ਦੇਵਤਿਆਂ ਦੇ ਵੀ ਮੈਂ ਸੁਣਿਆ, ਦੇਖੀਆਂ ਵੀ ਆ ਮੈਂ ਤਾਂ, ਤੇ ਦਰਸ਼ਕਾਂ ਨੂੰ ਅਸੀਂ ਜ਼ਰੂਰ ਦਿਖਾਉਣਾ ਚਾਹਾਂਗੇ ਕਿ ਦੇਵੀ ਦੇਵਤੇ ਗੁਰੂ ਸਾਡੇ, ਤੇ ਉਹਨਾਂ ਦੀਆਂ ਵੀ ਮੂਰਤਾਂ ਬਣਾਈਆਂ ਨੇ, ਉਹ ਵੀ ਦਰਸ਼ਕਾਂ ਨੂੰ ਥੋੜ੍ਹੀ ਜਿਹੀ। ਹਾਂਜੀ ਬਿਲਕੁਲ ਜੀ। ਸਟਾਰਟਿੰਗ ਮੈਂ ਦੇਖੋ ਕਰਾਂਗਾ ਜੀ, ਗੁਰੂ ਨਾਨਕ ਦੇਵ ਜੀ, ਇਹਨਾਂ ਦੀ ਕਲਾਕ੍ਰਿਤੀ ਜਿਹੜੀ ਹੈਗੀ ਹੈ ਉਹ ਮੈਂ ਘੜੀ ਸੀਗੀ। ਇਹ ਦੇਖ ਸਕਦੇ ਹੋ ਤੁਸੀਂ। ਕੋਸ਼ਿਸ਼ ਕੀਤੀ ਹੈ ਜਿੱਥੇ ਤੱਕ ਮੈਂ ਇੱਕ ਜਿਹੜੀ ਲੁੱਕ ਹੈਗੀ ਹੈ ਦੇਣ ਦੀ ਕੋਸ਼ਿਸ਼ ਕੀਤੀ ਹੈ ਪੂਰੀ ਜੀ। ਬਸ ਵੀ ਆਮ ਬੰਦੇ ਦੇ ਜੇ ਮਤਲਬ ਜੇ ਵੈਸੇ ਦੇਖਿਆ ਜਾਵੇ ਤਾਂ ਪਹਿਲੀ ਗੱਲ ਤਾਂ ਕੋਈ ਫੜ ਨਹੀਂ ਸਕਦਾ ਕਿ ਇਹ ਚੌਕ ਤੋਂ ਬਣੀ ਹੋਈ ਚੀਜ਼ ਹੈ, ਹੈ ਨਾ। ਤੇ ਪਰ ਹੂ ਮਤਲਬ ਜਿਹੜੀ ਉਹ ਸਾਡੀ ਜਿਹੜੀ ਇਮੈਜੀਨੇਸ਼ਨ ਜਿਹੜੀ ਸਾਡੀ ਹੈਗੀ ਹੈ ਗੁਰੂ ਨਾਨਕ ਦੇਵ ਜੀ ਲਈ, ਤੇ ਜੋ ਮੂਰਤ ਸਾਨੂੰ ਦਿਖਾਈ ਜਾਂਦੀ ਹੈਗੀ ਹੈ, ਤੇ ਹੂ ਉਸ ਤਰੀਕੇ ਦੀ ਲੱਗਦੀ ਵੀ ਹੈਗੀ ਹੈ। ਤੇ ਹੋਰ ਕਿਹੜੀਆਂ ਭਗਵਾਨਾਂ ਦੀਆਂ ਜੀ ਇੱਥੇ ਜੀ ਤੁਸੀਂ ਦੇਖ ਸਕਦੇ ਹੋ? ਰਾਧਾ ਕ੍ਰਿਸ਼ਨ ਜੀ ਹੈਗੇ ਹੈ, ਆ ਤੁਸੀਂ ਦੋਨੋਂ ਰਾਧਾ ਜੀ ਹੈਗੇ ਨੇ, ਕ੍ਰਿਸ਼ਨ ਜੀ ਨਾਲ ਰਾਧਾ ਕ੍ਰਿਸ਼ਨ ਜੀ ਬਣਾਏ ਗਏ ਨੇ ਇਹ। ਹਾਂਜੀ, ਪਿੱਛੇ ਹਨੂਮਾਨ ਜੀ, ਗਣੇਸ਼ ਜੀ, ਸ਼ਿਵ ਜੀ ਦੀ ਕਲਾਕ੍ਰਿਤੀ ਵੀ ਘੜੀ ਗਈ ਹੈ ਜੀ। ਮੈਂ ਚਾਹੂੰਗਾ ਕਿ ਸ਼ਿਵ ਜੀ ਦੀ ਵੀ ਦਿਖਾਈ ਜਾਵੇ ਜੀ ਥੋੜ੍ਹੀ ਜੀ। ਜੀ ਹਾਂ, ਸ਼ਿਵ ਜੀ ਦੀ ਸ਼ਿਵਰਾਤਰੀ 'ਤੇ ਮੈਂ ਇਹ ਕਲਾਕ੍ਰਿਤੀ ਇਸ ਵਾਰ ਜਿਹੜੀ ਹੈਗੀ ਹੈ ਉਹ ਘੜੀ ਸੀਗੀ ਜੀ। ਦੇਖ ਸਕਦੇ ਹੋ ਟੋਟਲੀ ਤਰਸ਼ੂਲ ਲੱਗੇ ਹੋਏ, ਇਹ ਵੀ ਚੌਕ ਵਾਲੇ ਹੀ ਸਾਰੇ? ਟੋਟਲੀ ਚੌਕ ਹੈਗਾ ਜੀ। ਇਹ ਅਲੱਗ ਪੀਸ ਦੇ ਉੱਪਰ ਬਣਾਇਆ ਗਿਆ। ਜਿਹੜਾ ਸ਼ਿਵ ਜੀ ਦਿਖ ਰਹੇ ਤੁਸੀਂ, ਇਹ ਸਿੰਗਲ ਪੀਸ ਹੈ, ਅਤੇ ਤਰਸ਼ੂਲ ਅਤੇ ਡਮਰੂ ਜਿਹੜੇ ਹੈਗੇ ਨੇ ਇਹ ਇੱਕ ਅਲੱਗ ਪੀਸ 'ਤੇ ਬਣਾਇਆ ਗਿਆ ਜੀ। ਜੀ ਦੇਖ ਸਕਦੇ ਹੋ ਦਰਸ਼ਕੋ ਕਿ ਛੋਟਾ ਜਿਹਾ ਚੌਕ ਹੁੰਦਾ ਹੈ ਨਾ, ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਹੋ ਜਿਹੀਆਂ ਚੀਜ਼ਾਂ ਵੀ ਉਹਦੇ ਤੋਂ ਘੜੀਆਂ ਜਾ ਸਕਦੀਆਂ, ਇਹੋ ਜਿਹੀਆਂ ਮੂਰਤਾਂ ਉਹਤੇ ਘੜੀਆਂ ਜਾ ਸਕਦੀਆਂ। ਸਾਰੇ ਸੈਲੀਬ੍ਰਿਟੀ ਇਹਨਾਂ ਨੇ ਘੜ ਤੇ ਆਮ ਪੰਜਾਬੀ ਤੋਂ ਲੈ ਕੇ ਸਾਡੀ ਕਮਿਊਨਿਟੀਜ਼ ਦੇ ਜਿੰਨੇ ਲੋਕ ਨੇ ਉਹਨਾਂ ਦੇ ਜਿਹੜੇ ਪਹਿਰਾਵੇ ਨੇ ਉਹ ਕਿਹੋ ਜਿਹੇ ਦਿਖਦੇ ਨੇ, ਉਹੋ ਜਿਹੇ ਇਹਨਾਂ ਨੇ ਲੋਕ ਘੜ ਤੇ ਸੈਲੀਬ੍ਰਿਟੀਜ਼ ਇਹਨਾਂ ਨੇ ਮਤਲਬ ਕਿਆ ਹੀ ਬਾਤਾਂ ਨੇ। ਮਾਸਟਰ ਜੀ, ਮੈਂ ਕਹਿੰਦਾ ਵੀ ਤੁਹਾਡੀ ਕਲਾ ਦਾ ਕੋਈ ਕਹਿੰਦਾ ਹੁੰਦਾ ਨਾ ਵੀ
ਮੁੱਲ ਨਹੀਂ ਹੈਗਾ ਇਸ ਚੀਜ਼ ਦਾ। ਪਰ ਇਹ ਕਿ ਜੇ ਕਰੀਏ ਵੀ ਇੱਕ ਜਦੋਂ ਬਣਾਉਣ ਲੱਗਦੇ ਹੈਗੇ ਕੋਈ ਵੀ ਅਸੀਂ ਮੂਰਤ ਬਣਾਉਣ ਲੱਗਦੇ ਹਾਂ ਤਾਂ ਕਿੰਨਾ ਕੁ ਸਮਾਂ ਤੁਹਾਨੂੰ ਇਹਦੇ ਤੇ ਲੱਗ ਜਾਂਦਾ? ਇਹਨੂੰ ਤਕਰੀਬਨ ਜੀ 6-7 ਘੰਟੇ ਲੱਗਦੇ ਆ ਇੱਕ ਕਲਾਕ੍ਰਿਤੀ ਨੂੰ ਪੂਰਾ, ਜੇ ਆਪਾਂ ਪੂਰੇ ਟਾਈਮ ਦੀ ਗੱਲ ਕਰੀਏ। ਵੈਸੇ 2 ਦਿਨ ਲੱਗ ਜਾਂਦੇ ਆ, ਤਕਰੀਬਨ 2 ਦਿਨਾਂ ਦਾ ਕੰਮ ਹੈ, ਕਿਉਂਕਿ ਪਹਿਲੇ ਦਿਨ ਕਾਰਵਿੰਗ ਹੁੰਦੀ ਹੈ ਤੇ ਫਿਰ ਉਹਨੂੰ ਰੱਖਣ ਵਾਸਤੇ, ਪ੍ਰੀਜ਼ਰਵ ਕਰਨ ਵਾਸਤੇ ਕੰਮ ਹੁੰਦਾ, ਉਸ 'ਤੇ ਫਿਰ ਨੈਕਸਟ ਡੇ 'ਤੇ ਪੇਂਟ ਕੀਤਾ ਜਾਂਦਾ ਜੀ। ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈਂਦਾ, ਕਿਉਂਕਿ ਚੌਕ ਬੜਾ ਨਾਜ਼ੁਕ ਜੀ ਚੀਜ਼ ਹੁੰਦੀ ਹੈ, ਵੈਸੇ ਹੀ ਮਾੜਾ ਹੱਥ 'ਚ ਰੱਖੇ ਟੁੱਟ ਜਾਂਦਾ ਹੈਗਾ, ਤੇ ਤੁਸੀਂ ਤਾਂ ਇੰਨੀਆਂ ਚੀਜ਼ਾਂ ਘੜੀ ਬੈਠੇ ਹੋ, ਕਈ ਥਾਵਾਂ ਤੇ ਉਹ ਬਰੀਕ ਵੀ ਹੁੰਦਾ, ਕਈ ਥਾਵਾਂ ਤੇ ਨਾਜ਼ੁਕ ਹੋਰ ਹੋ ਜਾਂਦਾ ਹੈਗਾ, ਤੇ ਉਹ ਫਿਰ ਕਿਵੇਂ ਉਹਨਾਂ ਨੂੰ ਪ੍ਰੀਜ਼ਰਵ ਕਿਵੇਂ ਕੀਤਾ ਜਾਂਦਾ ਕਿ ਉਹਨੂੰ ਬਚਾਇਆ ਜਾ ਸਕੇ ਲੰਮੇ ਟਾਈਮ ਤੇ? ਜਿਹੜਾ ਪ੍ਰੀਜ਼ਰਵ ਵਾਲੀ ਗੱਲ ਹੈਗੀ ਹੈ ਕਿ ਉਹਨੂੰ ਸੰਭਾਲ ਵਾਸਤੇ ਉਹ ਕਾਰਵਿੰਗ ਕਰਨ ਤੋਂ ਬਾਅਦ, ਉਹ ਪਹਿਲਾਂ ਨਹੀਂ ਕਰ ਸਕਦੇ ਕਿਉਂਕਿ ਫਿਰ ਉਸ ਤੋਂ ਬਾਅਦ ਉਹ ਕਾਰਵਿੰਗ ਨਹੀਂ ਹੋ ਪਾਏਗੀ ਉਸ 'ਤੇ, ਅਤੇ ਜਿੰਨਾ ਕੰਮ ਹੋਣਾ ਹੈਗਾ ਉਹ ਕਾਰਵਿੰਗ ਇੱਕ ਵਾਰ ਬਣਨ ਤੋਂ ਬਾਅਦ ਉਹ ਫਿਰ ਤੁਸੀਂ ਉਹਨੂੰ ਕੈਮੀਕਲ ਦੇ ਵਿੱਚ ਰੱਖਦੇ ਹੋ, ਤਾਂ ਫਿਰ ਉਹ ਸੁਕਾਇਆ ਜਾਂਦਾ ਉਹਨੂੰ, ਤਾਂ ਫਿਰ ਸੁਕਾਉਣ ਤੋਂ ਬਾਅਦ ਜਿਹੜੀ ਹੈਗੀ ਉਹ 'ਤੇ ਪੇਂਟ ਹੁੰਦਾ ਹੈ ਜੀ। ਜੀ ਬਾਤ ਹੈ। ਤੇ ਮਾਸਟਰ ਜੀ ਹੋਰ ਅੱਗੇ ਕਿਹੋ ਜਿਹੀਆਂ ਮੂਰਤਾਂ ਬਣਾਉਣ ਦਾ ਤੁਹਾਡਾ ਵਿਚਾਰ ਹੈਗਾ ਤੇ ਕਿਹੋ ਜਿਹੇ ਤੁਹਾਡੇ ਥੋਟ ਹੈਗੇ ਨੇ? ਮੇਰੀ ਕੋਸ਼ਿਸ਼ ਰਹਿੰਦੀ ਹੈ ਜੀ ਸਮਾਜ ਦੇ ਵਿੱਚ ਜੋ ਵੀ ਕੋਈ ਘਟਨਾ ਵਾਪਰਦੀ ਹੈ ਜਾਂ ਫਿਰ ਕੋਈ ਤਿਉਹਾਰ ਹੈਗਾ, ਕੋਈ ਸਾਡਾ ਜਿਹੜੇ ਇੰਪੋਰਟੈਂਟ ਜਿਹੜੇ ਤਿਉਹਾਰ ਨੇ ਉਹਨਾਂ 'ਤੇ ਕੋਸ਼ਿਸ਼ ਰਹਿੰਦੀ ਹੈ ਕੁਛ ਨਾ ਕੁਛ ਇੱਕ ਮੈਸੇਜ ਦਿੱਤਾ ਜਾਵੇ, ਜਾਂ ਫਿਰ ਕੋਈ ਜਿੱਦਾਂ ਹੋਰ ਕੋਈ ਇਵੈਂਟ ਹੈਗਾ, ਕਿਸੇ ਸਾਡੇ ਕਮਿੰਗ ਇਵੈਂਟ ਆ ਰਿਹਾ, ਕੋਈ ਵੀ ਕਿਸੇ ਵੀ ਤਰ੍ਹਾਂ ਦਾ, ਕਿਸੇ ਦਾ ਬਰਥਡੇ ਆ ਰਿਹਾ, ਕਿਸੇ ਸੈਲੀਬ੍ਰਿਟੀ ਦਾ ਬਰਥਡੇ ਆ ਰਿਹਾ, ਜਾਂ ਫਿਰ ਜਿੱਦਾਂ ਕਰੋਨਾ ਟਾਈਮ ਦੇ ਵਿੱਚ ਕਾਫੀ ਸਮਾਂ ਮਿਲ ਗਿਆ ਸੀ ਮੈਨੂੰ, ਮੈਂ ਵਾਰੀਅਰਸ, ਕਰੋਨਾ ਵਾਰੀਅਰਸ ਜਿਹੜੀ ਫਰੰਟ ਲਾਈਨ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਲਈ ਇੱਕ ਟ੍ਰਿਬਿਊਟ ਕੀਤਾ ਸੀਗਾ। ਫਿਰ ਅਲੱਗ-ਅਲੱਗ ਜਿੰਨੇ ਵੀ ਇਵੈਂਟਸ ਨੇ, ਯੋਗਾ ਦਾ ਹੈਗਾ ਜਾਂ ਫਿਰ ਵੈਕਸੀਨੇਸ਼ਨ ਵਾਸਤੇ, ਇੱਦਾਂ ਦੇ ਅਲੱਗ-ਅਲੱਗ ਮਤਲਬ ਕੋਸ਼ਿਸ਼ ਰਹਿੰਦੀ ਹੈ ਜੋ ਵੀ ਸਮਾਜ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ, ਅਤੇ ਇੱਕ ਐਜ਼ ਐਨ ਆਰਟਿਸਟ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਕੁਛ ਨਾ ਕੁਛ ਜ਼ਰੂਰ ਪੇਸ਼ ਕੀਤਾ ਜਾਵੇ। ਬਿਲਕੁਲ, ਆਰਟਿਸਟ ਕਿਉਂਕਿ ਜਿਹੋ ਜਿਹਾ ਵੀ ਸਮਾਜ ਦੇ ਵਿੱਚ ਵਿਚਰ ਰਿਹਾ ਹੈਗਾ ਤੇ ਆਰਟਿਸਟ ਦਾ ਉਸ ਚੀਜ਼ਾਂ ਨੂੰ ਉਭਾਰਨਾ ਤੇ ਆਪਦੀ ਕਲਾ ਦੇ ਜ਼ਰੀਏ ਉਸ ਚੀਜ਼ਾਂ ਨੂੰ ਉਭਾਰਨਾ ਤੇ ਬਹੁਤ ਸੋਹਣਾ ਹੋ ਜਾਂਦਾ, ਬਹੁਤ ਜ਼ਰੂਰੀ ਵੀ ਹੋ ਜਾਂਦਾ ਹੈਗਾ। ਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ ਹੋਰ ਸਾਰੀਆਂ ਚੀਜ਼ਾਂ ਬਣਾਉਂਦੇ ਰਹੋ, ਤੇ ਮੂਰਤਾਂ ਤੋਂ ਇਲਾਵਾ ਵੀ ਹੋਰ ਕੋਈ ਚੀਜ਼ਾਂ ਬਣਾਉਂਦੇ ਆ ਜੀ ਇਹਨਾਂ ਤੋਂ? ਨਹੀਂ, ਫਿਲਹਾਲ ਇਹ ਜਿਹੜੀ ਮੂਰਤਾਂ ਹੀ ਹੈਗੀਆਂ ਜੀ, ਚੌਕ ਤੇ ਬਦਾਮ ਤੇ ਸਟਾਰਟ ਕੀਤਾ, ਮੂੰਗਫਲੀ ਦੇ ਦਾਣੇ ਤੇ ਵੀ ਕੀਤਾ ਸੀਗਾ ਇੱਕ ਫੇਸ, ਉਹ ਵੀ ਘੜਿਆ ਗਿਆ ਸੀਗਾ, ਪਰ ਉਹ ਜ਼ਿਆਦਾ ਥੋੜ੍ਹਾ ਜਿਹਾ ਮੈਨੂੰ ਲੱਗਿਆ ਹੋਰ ਜ਼ਿਆਦਾ ਡੈਲੀਕੇਟ ਹੋ ਗਿਆ ਉਹ, ਪਰ ਉਸ 'ਤੇ ਵੀ ਕੰਮ ਕੀਤਾ ਹੈ, ਦੇਖਾਂਗੇ ਹੋਰ ਫਿਊਚਰ ਦੇ ਵਿੱਚ ਕੁਝ ਕੰਮ ਕੀਤਾ ਜਾਵੇ ਜੀ। ਮੈਂ ਮਤਲਬ ਪਿੱਛੇ ਪਈਆਂ ਚੀਜ਼ਾਂ ਤੋਂ, ਕਿਉਂਕਿ ਮੇਰੇ ਤਾਂ ਨੇੜੇ ਪਏ ਦਰਸ਼ਕਾਂ ਨੂੰ ਸ਼ਾਇਦ ਦੂਰ ਨਾ ਉਹ ਚੀਜ਼ਾਂ ਦਿਖਦੀਆਂ ਹੁਣ ਕਿਉਂਕਿ ਬਹੁਤ ਛੋਟੀਆਂ ਨੇ, ਮੈਂ ਕੱਪ ਪਲੇਟਾਂ ਦੇਖ ਰਿਹਾ, ਇੱਥੇ ਫਲਾਵਰ ਪੋਟ ਦੇਖ ਰਿਹਾ ਹੈਗਾ, ਸਾਰੇ ਚੌਕ ਦੇ ਹੀ ਬਣੇ ਹੋਏ ਨੇ। ਜੀ ਬਿਲਕੁਲ ਬਿਲਕੁਲ, ਇਹ ਚੌਕ ਦੇ ਹੀ ਬਣੇ ਹੋਏ ਨੇ ਜੀ। ਆ ਫਲਾਵਰ ਪੋਟ ਤੁਸੀਂ ਦੇਖ ਸਕਦੇ ਹੋ, ਆ ਨੀਚੇ ਪੋਟ ਹੈਗਾ ਤੇ ਉੱਪਰ ਫਲਾਵਰਸ ਹੈਗੇ ਨੇ, ਇਹ ਅਲੱਗ-ਅਲੱਗ ਹੈ, ਦੇਖੋ ਇਹ ਫਲਾਵਰਸ ਅਲੱਗ ਨੇ ਤੇ ਜਿਹੜਾ ਪੋਟ ਹੈਗਾ ਥੱਲੇ ਇਹ ਅਲੱਗ ਹੈਗਾ। ਪੂਰਾ ਇੱਕ ਜਿਹੜੀ ਓਰੀਜਨਲ ਲੁੱਕ ਹੈਗੀ ਹੈ ਹੁੰਦੀ ਹੈ ਜਿਹੜੀ ਆਪਾਂ ਘਰਾਂ ਦੇ ਵਿੱਚ ਰੱਖਦੇ ਹਾਂ ਫਲਾਵਰ ਪੋਟ, ਉਹੀ ਲੁੱਕ ਹੈ ਦਿੱਤੀ ਗਈ ਹੈ। ਥੋਟ ਉਹ ਉਸੇ ਤਰੀਕੇ ਦਾ ਹੀ ਰਹਿੰਦਾ ਤੇ ਉਹਨੂੰ ਬਣਾਉਣ ਦਾ ਵੀ ਜਿਹੜਾ ਜ਼ਰੀਆ ਰਹਿੰਦਾ ਉਸੇ ਤਰੀਕੇ ਦਾ ਰਹਿੰਦਾ ਜੀ। ਬਿਲਕੁਲ, ਕਿਉਂਕਿ ਦੇਖਣ ਵਾਲੇ ਨੂੰ ਇੱਕ ਅਲੱਗ ਚੀਜ਼ ਹੋਣੀ ਚਾਹੀਦੀ ਹੈ, ਕੁਛ ਕਿ ਲੱਗੇ ਹਾਂ ਕਿ ਐਦਾਂ ਹੀ ਨਹੀਂ ਕਿ ਚੌਕ ਨੂੰ ਲੈ ਕੇ ਐਦਾਂ ਹੀ ਇੱਧਰ ਉੱਧਰ ਕਰਕੇ ਕੁਛ ਬਣਾ ਕੇ ਰੱਖਦਾ ਸਾਹਮਣੇ, ਉਹ ਦੇਖਣ ਵਾਲੇ ਨੂੰ ਲੱਗੇ ਕਿ ਹਾਂ ਵਾਕਈ 'ਚ ਕੁਛ ਕੰਮ ਕੀਤਾ ਗਿਆ ਉਸ 'ਤੇ ਜੀ। ਜਵਾਕਾਂ ਦੇ ਬੜੇ ਅਸੀਂ ਮਤਲਬ ਜਦੋਂ ਨਿੱਕੇ ਹੁੰਦੇ ਆ ਉਹਨਾਂ ਨੂੰ ਵੀ ਭਾਂਡੇ ਜਿਹੜੇ ਕਿਚਨ ਵਾਲੇ ਭਾਂਡੇ ਹੁੰਦੇ ਆ ਖੇਡਣ ਨੂੰ ਦਿੰਦੇ ਆ, ਛੋਟੇ ਛੋਟੇ ਕੱਪ ਹੁੰਦੇ, ਛੋਟੀਆਂ ਛੋਟੀਆਂ ਪਲੇਟਾਂ ਹੁੰਦੀਆਂ, ਪਰ ਆ ਚੌਕ ਨਾਲ ਬਣੀ ਹੋਈ ਜਿਹੜੀ ਕੱਪ ਪਲੇਟ ਹੈਗੀ ਆ ਇਹ ਮੈਂ ਨਹੀਂ ਕਦੇ ਨਾ ਤਾਂ ਦੇਖੀ ਆ ਤੇ ਨਾ ਮੈਨੂੰ ਲੱਗਦਾ ਮੈਨੂੰ ਦੇਖਣ ਨੂੰ ਮਿਲਣੀ ਹੈਗੀ ਇਸ ਤੋਂ ਬਾਅਦ। ਤੇ ਆਹ ਤੁਸੀਂ ਦੇਖ ਸਕਦੇ ਹੋ 9 ਤੋਂ ਵੀ ਜਿਹੜੀ ਛੋਟੀ ਹੈਗੀ ਆ ਤੇ ਬਹੁਤ ਹੀ ਮਾਈਕਰੋ, ਤੇ ਇਹਦਾ ਕੱਪ ਜਿਹੜਾ ਉਹ ਅਲੱਗ ਹੈਗਾ ਤੇ ਪਲੇਟ ਜਿਹੜੀ ਆ ਉਹ ਅਲੱਗ ਹੈ। ਨੀਚੇ ਪਲੇਟ ਹੈਗੀ ਹੈ ਤੇ ਪੂਰਾ ਇੱਕ ਕੱਪ ਪਲੇਟ ਬਣਾਈ ਗਈ ਹੈ ਇੱਥੇ ਜੀ। ਬਹੁਤ ਬਰੀਕੀ ਨਾਲ ਕੰਮ ਕੀਤਾ ਜਾਂਦਾ ਹੈਗਾ ਤੇ ਬਹੁਤ ਹੀ ਮਾਸਟਰ ਜੀ ਅਸੀਂ ਤਾਂ ਇਹੀ ਕਹਾਂਗੇ ਕਿ ਸਲਾਮ ਆ ਤੁਹਾਡੀ ਕਲਾ ਨੂੰ, ਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਦਾਂ ਹੀ ਬਣਾਉਂਦੇ ਰਹੋ ਤੇ ਦਰਸ਼ਕਾਂ ਦੇ ਰੂਬਰੂ ਕਰਦੇ ਰਹੋ। ਤੇ ਇਸ ਜਦੋਂ ਇਹ ਕਲਾ ਕਰਨੀ ਹੁਣ ਤੁਸੀਂ ਸਟਾਰਟ ਕਰ ਦਿੱਤੀ ਹੈਗੀ ਹੈ ਤੇ ਲੋਕਾਂ ਦੇ ਵਿੱਚ ਹੋਰ ਦਿਖਾਉਣ ਦੇ ਲਈ ਕੀ ਕਰਨਾ ਪੈਂਦਾ ਜਾਂ ਕੀ ਕਰਦੇ ਹੋ? ਕੋਸ਼ਿਸ਼ ਰਹਿੰਦੀ ਹੈ ਕਿ ਕੁਛ ਨਾ ਕੁਛ ਨਵਾਂ ਲੋਕਾਂ ਤੱਕ ਜ਼ਰੂਰ ਲੈ ਕੇ ਜਾਇਆ ਜਾਏ, ਕਿਉਂਕਿ ਇੱਕ ਤਾਂ ਮੈਸੇਜ ਦੀ ਗੱਲ ਮੈਂ ਜਿੱਦਾਂ ਕੀਤੀ ਹੈ ਕਿ ਕੁਛ ਨਾ ਕੁਛ ਮੈਸੇਜ ਦੇਣ ਦੀ ਕੋਸ਼ਿਸ਼ ਰਹਿੰਦੀ ਹੈ। ਫਿਰ ਜਿੱਦਾਂ ਨਿਊਜ਼ਪੇਪਰ ਦੇ ਵਿੱਚ ਆਰਟੀਕਲਸ ਦੇ ਥਰੂ ਕੋਈ ਵੀ ਇਵੈਂਟ ਹੁੰਦਾ ਜਿੱਦਾਂ ਉਹ, ਜਾਂ ਫਿਰ ਕੋਈ ਸੋਸ਼ਲ ਮੀਡੀਆ ਦੇ ਥਰੂ ਕੁਛ ਨਾ ਕੁਛ ਜ਼ਰੂਰ ਕੋਸ਼ਿਸ਼ ਰਹਿੰਦੀ ਹੈ ਕਿ ਲੋਕਾਂ ਤੱਕ ਉਹ ਆਪਣੀ ਆਰਟ ਇੱਕ ਪਹੁੰਚਾਈ ਜਾਵੇ।
ਪ੍ਰਦਰਸ਼ਨੀਆਂ ਤੇ ਲੈ ਕੇ ਜਾਂਦੇ ਹੋ ਜੀ ਇਹਨਾਂ ਨੂੰ? ਐਗਜ਼ੀਬਿਸ਼ਨਸ ਦਾ ਚਾਂਸ ਮਿਲਿਆ ਮੈਨੂੰ ਮੌਕਾ ਬਹੁਤ। ਮੈਂ 7-8 ਐਗਜ਼ੀਬਿਸ਼ਨਸ ਮੇਰੀ ਇੱਥੇ ਚੰਡੀਗੜ੍ਹ ਦੇ ਵਿੱਚ ਤੇ ਨੈਸ਼ਨਲ ਲੈਵਲ ਤੇ ਵੀ ਮੈਂ ਐਗਜ਼ੀਬਿਸ਼ਨ ਕਰਨ ਦਾ ਮੌਕਾ ਮਿਲਿਆ। ਲੋਕਾਂ ਦੇ ਵਿੱਚ ਮਤਲਬ ਜਿਹੜੀ ਲਾਈਵ ਚੀਜ਼ ਹੈਗੀ, ਇੱਕ ਤੁਸੀਂ ਕੈਮਰੇ ਦੇ ਸਾਹਮਣੇ ਜਾਂ ਫਿਰ ਤੁਸੀਂ ਫੋਨ ਦੇ ਵਿੱਚ ਦੇਖ ਰਹੇ ਹੋ ਆਪਣੇ, ਇੱਕ ਤੁਹਾਨੂੰ ਲਾਈਵ ਦੇਖਣ ਨੂੰ ਮਿਲ ਰਹੀ ਹੈ। ਬੜਾ ਚੰਗਾ ਰਿਸਪੌਂਸ ਰਹਿੰਦਾ ਸੀਗਾ ਉੱਥੇ ਐਗਜ਼ੀਬਿਸ਼ਨ 'ਚ, ਕਿਉਂਕਿ ਲੋਕਾਂ ਨੂੰ ਉਹ ਬਿਲਕੁਲ ਸਾਹਮਣੇ ਨਜ਼ਰ ਆਉਂਦੀ ਸੀਗੀ ਉਹ ਚੀਜ਼, ਉਹ ਐਜ਼ ਇਟ ਉਹੀ ਸਾਈਜ਼ ਚੌਕ ਦਾ ਸ਼ਾਇਦ ਫੋਨ ਦੇ ਵਿੱਚ ਨਹੀਂ ਪਤਾ ਲੱਗਦਾ ਜਾਂ ਫਿਰ ਕੈਮਰੇ ਦੇ ਨਹੀਂ ਪਤਾ ਲੱਗਦਾ ਸਾਨੂੰ, ਬਟ ਜਿਹੜੀ ਇੱਕ ਅਲੱਗ ਫੀਲਿੰਗ ਸੀਗੀ ਜੀ ਉਹ। ਜੀ ਮਾਸਟਰ ਜੀ, ਤੁਸੀਂ ਪੜ੍ਹਾਉਣੇ ਹੈਗੇ ਹੋ, ਅਧਿਆਪਕ ਤੁਸੀਂ ਹੈਗੇ ਹੋ, ਪਰ ਜਦੋਂ ਕੋਈ ਕਲਾ ਕਰਦੇ ਹੁੰਦੇ ਆ ਤਾਂ ਕਦੇ ਵਿੱਚੋਂ ਮਨ ਦੇ ਵਿੱਚ ਇਹੋ ਵੀ ਥੋਟ ਹੁੰਦੇ ਹੈਗੇ ਕਿ ਕਮਾਈ ਦਾ ਵੀ ਸਾਧਨ ਬਣ ਸਕੇ। ਤੁਹਾਡਾ ਕੋਈ ਹੈ ਇਸ ਤਰੀਕੇ ਦਾ ਮਨ ਦੇ ਵਿੱਚ ਥੋਟ ਕਿ ਇਹ ਜਿਹੜੀ ਮੈਂ ਕਲਾ ਕਰ ਰਿਹਾ, ਚਾਹੇ ਸ਼ੌਂਕ ਆ, ਪਰ ਇਹ ਕਿਤੇ ਨਾ ਕਿਤੇ ਜਾ ਕੇ ਕਮਾਈ ਦਾ ਸਾਧਨ ਬਣਨਾ ਚਾਹੀਦਾ? ਨਹੀਂ, ਮੇਰੇ ਮਾਈਂਡ 'ਚ ਵਿੱਚ ਕਦੇ ਆਇਆ ਨਹੀਂਗਾ ਇਸ ਵੱਲ ਨੂੰ, ਮਤਲਬ ਕਿ ਮੈਂ ਸੋਚਿਆ ਨਹੀਂ ਕਦੇ। ਹਾਂ ਜ਼ਰੂਰ ਮੈਂ ਇਹ ਹੈਗਾ ਕਿ ਕੋਈ ਆਰਡਰ ਕਰਦਾ ਹੈਗਾ ਕਈ ਵਾਰ, ਕਦੀ ਕਿਸੇ ਨੂੰ ਹੁੰਦਾ ਹੈ ਕਿ ਮੇਰੇ ਜਿਹੜਾ ਮੇਰਾ ਪੇਜ ਬਣਿਆ ਹੋਇਆ ਉਸ 'ਤੇ ਕਈ ਵਾਰ ਆ ਜਾਂਦਾ ਕਿਸੇ ਦਾ ਆਰਡਰ ਆ ਜਾਂਦਾ, ਉਦੋਂ ਮੈਂ ਜ਼ਰੂਰ ਕਦੇ ਬਣਾ ਕੇ ਦੇ ਦਿੰਦਾ ਕਿਸੇ ਨੂੰ। ਜਾਂ ਫਿਰ ਐਗਜ਼ੀਬਿਸ਼ਨ 'ਚ ਜਿੱਦਾਂ ਗਿਆ ਹੋਇਆ, ਉੱਥੇ ਲੋਕ ਡਿਮਾਂਡ ਕਰਦੇ ਨੇ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ, ਜੇ ਮੇਰੇ ਕੋਲ ਸਮਾਂ ਹੁੰਦਾ ਤਾਂ ਮੈਂ ਜ਼ਰੂਰ ਬਣਾ ਕੇ ਦਿੰਦਾ। ਪਰ ਪ੍ਰੋਫੈਸ਼ਨਲੀ ਮੈਂ ਜੇ ਉੱਦਾਂ ਸੋਚਾਂ ਕਿ ਇਹਨੂੰ ਹਾਲੇ ਤੱਕ ਨਹੀਂ ਗਏ, ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਇਹਦਾ ਮੁੱਲ ਨਹੀਂ ਪਵੇਗਾ ਜੋ ਮਤਲਬ ਜੋ ਐਕਚੁਅਲ 'ਚ ਮੈਂ ਸੋਚਦਾ ਹਾਂ। ਬੇਸ਼ੱਕ ਇੱਕ ਚੌਕ ਹੈਗਾ 50 ਰੁਪਏ ਦਾ ਇੱਕ ਡੱਬਾ ਆ ਜਾਂਦਾ ਉਹਦੇ ਵਿੱਚ, ਹੈ ਨਾ, ਅਤੇ ਉਹਦੀ ਕੋਸਟ ਕੁਝ ਵੀ ਨਹੀਂ ਹੋਵੇਗੀ ਇੱਕ ਚੌਕ ਦੀ, ਬਟ ਜਦੋਂ ਉਹ ਪੇਸ਼ ਹੋ ਜਾਂਦਾ ਉਹ ਆ ਇੱਕ ਪੂਰੀ ਜਿਹੜੀ ਕਲਾਕ੍ਰਿਤੀ ਬਣ ਜਾਂਦੀ ਹੈ, ਸ਼ਾਇਦ ਫਿਰ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਇਹਦੇ ਨਾਲ ਕਿਤੇ ਨਾ ਕਿਤੇ ਉਹ ਇੱਕ ਜਿਹੜੀ ਮਨ ਨੂੰ ਸੈਟਿਸਫੈਕਸ਼ਨ ਨਹੀਂ ਹੋਵੇਗੀ ਕਿ ਜੇ ਕੋਈ, ਕਿਉਂਕਿ ਮੈਂ ਐਗਜ਼ੀਬਿਸ਼ਨ ਦੇ ਵਿੱਚ ਜਾਂਦਾ ਸੀਗਾ, ਮੈਂ ਲੋਕਾਂ ਦੇ ਬਹੁਤ ਅਲੱਗ-ਅਲੱਗ ਰਿਐਕਸ਼ਨ ਦੇਖਣ ਨੂੰ ਮਿਲਦੇ ਸੀਗੇ। ਕਈਆਂ ਵਾਸਤੇ ਇੱਕ ਇਹ ਸਿਰਫ ਮਿੱਟੀ ਹੁੰਦੀ ਹੈ ਕਿ ਚੌਕ ਹੈ ਟੁੱਟੀ ਜਾਣਾ, ਇਹਨੂੰ ਰੱਖ ਕੇ ਆਪਾਂ ਖਰੀਦ ਕੇ ਕਰਨਾ ਕੀ ਹੈ। ਇੱਕ ਕਈਆਂ ਦੀ ਜਿਹੜੀ ਸਮਝ ਹੈਗੀ ਹੈ ਆਰਟ ਨੂੰ ਲੈ ਕੇ, ਉਹ ਲੋਕੀ ਵੀ ਸੀਗੇ ਜਿਹੜੇ ਸ਼ਾਇਦ ਉਹ ਸੋਚਦੇ ਸੀਗੇ ਵੀ ਹਾਂ ਇਹ ਬਲਰਾਜ ਤੂੰ ਇਹਨੂੰ ਵੇਚੇਂਗਾ ਤਾਂ ਇਹਦਾ ਕੀ ਮੁੱਲ ਲਾਵੇਂਗਾ। ਮੈਂ ਕਿਹਾ ਜੀ ਸ਼ਾਇਦ ਮੇਰੇ ਕੋਲ, ਮੈਂ ਉਹ ਸੋਚ ਹੀ ਨਹੀਂ ਸਕਦਾ ਕਿ ਮੈਂ ਇਹਨੂੰ ਕਿਸ ਭਾਅ ਦੇ ਵਿੱਚ ਵੇਚਾਂ, ਤਾਂ ਮਤਲਬ ਕਿ ਉੱਧਰਲੇ ਪਾਸੇ ਨੂੰ ਤੁਰਨ ਦਾ ਮਨ ਕਰਦਾ ਹੀ ਨਹੀਂ ਹੈਗਾ ਕਦੇ ਜੀ। ਸਹੀ ਗੱਲ ਮਾਸਟਰ ਜੀ ਤੁਹਾਡੀ ਕਿ ਚੌਕ ਭਾਵੇਂ 1-2 ਰੁਪਏ ਦਾ ਆ ਜਾਂਦਾ ਹੋਵੇ, ਚਾਹੇ ਉਹਦਾ ਇੱਕ ਮੁੱਲ ਪੈਂਦਾ ਹੋਵੇ, ਪਰ ਜਦੋਂ ਉਹਦੇ ਤੇ ਮਾਸਟਰ ਜੀ ਦੁਆਰਾ ਕਹਿੰਦੇ ਹੁੰਦੇ 6 ਘੰਟੇ ਲੱਗ ਜਾਂਦੇ ਆ, ਤਾਂ ਫਿਰ ਉਹ 6 ਘੰਟਿਆਂ ਦਾ ਜਿਹੜਾ ਮਿਹਨਤ ਜਿਹੜੀ ਨਿਕਲ ਕੇ ਬਾਹਰ ਆਉਂਦੀ ਹੈਗੀ ਉਹ ਅਮੁੱਲ ਹੋ ਜਾਂਦੀ ਹੈਗੀ ਹੈ ਕਿਤੇ ਨਾ ਕਿਤੇ। ਤੇ ਬਹੁਤ ਸੋਹਣੀਆਂ ਸਾਨੂੰ ਚੀਜ਼ਾਂ ਲੱਗੀਆਂ। ਤੇ ਮਾਸਟਰ ਜੀ ਅਸੀਂ ਇਹ ਵੀ ਸੁਣਿਆ ਕਿ ਕਿਉਂਕਿ ਮਾਸਟਰ ਜੀ ਇਕੱਲੇ ਇਸ ਤਾਂ ਜਿਹੜੀ ਕਲਾ ਤੁਹਾਨੂੰ ਦਿਖਾ ਰਹੇ ਇਹ ਤਾਂ ਹੈਗੀ ਆ, ਬਹੁਤ ਗੁਣੀ ਹੈਗੇ ਨੇ ਮਾਸਟਰ ਜੀ, ਹੋਰ ਵੀ ਬਹੁਤ ਕਲਾਵਾਂ ਇਹਨਾਂ ਦੇ ਵਿੱਚ ਨੇ। ਤੇ ਉਹਨਾਂ ਦੇ ਵਿੱਚੋਂ ਇੱਕ ਕਲਾ ਇਹਨਾਂ ਕੋਲ ਹੈਗੀ ਹੈ ਕਿ ਪੇਂਟਿੰਗ ਬੜੀ ਸੋਹਣੀ ਕਰਦੇ ਨੇ, ਤੇ ਮੈਂ ਘਰ ਦੇ ਵਿੱਚ ਵੀ ਲੱਗੀਆਂ ਦੇਖੀਆਂ, ਤੇ ਮੈਂ ਕਿਹਾ ਵੀ ਇਹ ਜ਼ਰੂਰ ਪੁੱਛਣਾ ਪਊਗਾ ਤੇ ਇਹ ਦਿਖਾਉਣੀਆਂ ਵੀ ਪੈਣਗੀਆਂ ਦਰਸ਼ਕਾਂ। ਤੁਸੀਂ ਕੈਮਰੇ ਦੇ ਥਰੂ ਦਿਖਾ ਸਕਦੇ ਹੋ, ਪਿੱਛੇ ਲੱਗੀਆਂ ਹੋਈਆਂ ਨੇ ਉਹ ਅਲੱਗ-ਅਲੱਗ ਪੇਂਟਿੰਗਸ। ਵੈਸੇ ਮੇਰਾ ਕੋਈ ਬਹੁਤ ਜ਼ਿਆਦਾ ਮੈਂ ਪ੍ਰੋਫੈਸ਼ਨਲੀ ਨਹੀਂ ਕਰਦਾ, ਇੱਕ ਇਹੀ ਹੈ ਕਿ ਇਹ ਚੀਜ਼ਾਂ ਜਿਹੜੀ ਹੈਗੀਆਂ ਮਨ ਨੂੰ ਸਕੂਨ ਦਿੰਦੀਆਂ। ਜਦੋਂ ਮੇਰਾ ਦਿਲ ਕਰਦਾ ਮੈਂ ਬਰੱਸ਼ ਚੱਕ ਲੈਂਦਾ, ਜਦੋਂ ਦਿਲ ਕਰਦਾ ਖਾਲੀ ਪੈਨ ਚੱਕ ਲੈਂਦਾ, ਉਹ ਜਿਹੜਾ ਚੌਕ ਦੇ ਵਾਸਤੇ ਸਪੈਸ਼ਲ ਪੈਨ ਬਣਾਇਆ ਗਿਆ, ਜਾਂ ਫਿਰ ਇੱਕ ਲਿਖਣ ਵਾਸਤੇ ਜਿਹੜਾ ਹੈਗਾ ਉਹ ਵੀ ਕਈ ਵਾਰ ਚੱਕ ਕੇ ਬੈਠ ਜਾਂਦਾ। ਮਤਲਬ ਕਿ ਕੋਈ ਇੱਦਾਂ ਨਹੀਂ ਹੈਗਾ ਕਿ ਮੈਂ ਬਹੁਤ ਵੱਡਾ ਆਰਟਿਸਟ ਹੈਗਾ ਕੋਈ, ਜਾਂ ਫਿਰ ਮੈਂ ਪੇਂਟਿੰਗ ਬਹੁਤ ਵਧੀਆ ਕਰਦਾ, ਬਟ ਇੱਕ ਜਸਟ ਇੱਕ ਮਨ ਨੂੰ ਸਕੂਨ ਦੇਣ ਵਾਸਤੇ ਕਿ ਹਾਂ ਇਹ ਚੀਜ਼ ਸ਼ਾਇਦ ਮੈਂ ਕਰ ਸਕਦਾ ਜਾਂ ਫਿਰ ਕਰਕੇ ਦੇਖਾਂ ਜੀ। ਉਦੋਂ ਗੁਣਾਂ ਦੇ ਵਿੱਚ ਤੀਜੀ ਚੀਜ਼ ਮਾਸਟਰ ਜੀ ਨੇ ਆਪ ਹੀ ਐਡ ਕਰਤੀ ਹੈਗੀ ਆ, ਤੇ ਲਿਖ ਲੈਂਦੇ ਨੇ ਬਹੁਤ ਸੋਹਣਾ, ਤੇ ਅਸੀਂ ਆਫ ਦਾ ਕੈਮਰਾ ਸੁਣੀਆਂ ਵੀ ਇਹਨਾਂ ਤੋਂ। ਤੇ ਮਾਸਟਰ ਜੀ ਦਰਸ਼ਕਾਂ ਲਈ ਫਿਰ ਕੋਈ ਸ਼ੇਰੋ ਸ਼ਾਇਰੀ ਜਾਂ ਕਵਿਤਾਵਾਂ ਹੋ ਜਾਣ? ਬਿਲਕੁਲ ਜੀ, ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸੁਣਾਉਣ ਦੀ। ਸਾਡੇ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਅਹੁਦਾ ਸਾਡੇ ਪਿਤਾ ਨੂੰ ਦਿੱਤਾ ਜਾਂਦਾ ਹੈ ਨਾ ਜੀ ਸਾਡੇ, ਤੇ ਉਹਨਾਂ ਦੇ ਲਈ ਮੈਂ ਇੱਕ ਕਵਿਤਾ ਲਿਖੀ ਸੀਗੀ ਜੀ, ਉਹ ਮੈਂ ਜ਼ਰੂਰ ਸਾਂਝੀ ਕਰਨਾ ਚਾਹਾਂਗਾ। ਮਾਂ ਦੇ ਲਈ ਵੀ ਲਿਖੀ ਸੀਗੀ ਤੇ ਪਿਤਾ ਦੇ ਲਈ ਵੀ ਲਿਖੀ ਸੀਗੀ, ਮੈਂ ਉਹ ਜ਼ਰੂਰ ਸਾਂਝੀ ਕਰਨਾ ਚਾਹਾਂਗਾ। ਪਿਤਾ ਤੋਂ ਅਸੀਂ ਸਟਾਰਟ करते हैं कि हर परिवार की एक पहचान होता है पिता, हर परिवार की एक पहचान होता है पिता, अपने बच्चों के लिए पूरा जहान होता है पिता। ताउम्र करता है मेहनत खुद को रख के परे, ताउम्र करता है मेहनत खुद को रख के पूरे परे, अपने बच्चों के लिए पैसों की खान होता है पिता। न बताता है अपनी तकलीफ किसी को कभी, न बताता है अपनी तकलीफ किसी को कभी, दुनिया के रिश्तों में सबसे महान होता है पिता। और फिक्र में रहता है सदा अपनों की, ਫਿਕਰ में रहता है सदा अपनों की, चाहे वो दसे ना दसे पर मन ਦੇ ਵਿੱਚ ਉਹ ਜਿਹੜੇ ਖਿਆਲ ਉਹ ਚੱਲਦੇ ਰਹਿੰਦੇ ਨੇ कि दुखों की धूप में भी पीपल की छाँव होता है पिता।
दुखों की धूप में पीपल की छाँव होता है पिता, करता रहता है सबकी फरमाइश पूरी। जो भी ਆਪਾਂ ਕਹਿੰਦੇ हैं वो ਸਾਡੇ ਸਾਹਮਣੇ पेश हो जाती है जी। ये करता रहता है सबकी फरमाइश पूरी, जादूगर की एक दुकान सा होता है पिता, जादूगर की एक दुकान सा होता है पिता, पिता के दम पे ही होते हैं सारे ऐसो आराम पूरे। ਜਦੋਂ ਆਪਣੀ ਜੇਬ ਚੋਂ ਖਰਚਣੇ ਪੈਂਦੇ ਨਾ ਬੰਦਾ ਸੋਚਦਾ, ਪਰ ਜਦੋਂ ਪਤਾ ਹੈ ਕਿ ਡੈਡੀ ਨੇ ਦੇ ਦੇਣੇ ਆ ਉਦੋਂ ਕੋਈ ਚੱਕਰ ਨਹੀਂ ਹੁੰਦਾ। पिता के दम पर ही होते हैं सारे ऐशो आराम पूरे, इसलिए हर किसी के लिए उसकी शान होता है पिता। और अखीर ਦੇ ਵਿੱਚ देखिए कि कहता है कि और कितना भी कहूँ सब नाकाफ़ी सा लगता है, और कितना भी कहूँ सब नाकाफ़ी सा लगता है, बस धरती पे रहने वाला दूसरा भगवान है पिता, धरती पे रहने वाला दूसरा भगवान है पिता। ਬਸ ਜੀ, ਤੁਸੀਂ ਕਹਿੰਦੇ ਹੋ ਕਿ ਮਾੜਾ ਮੋਟਾ, ਮੈਂ ਕਹਿੰਦਾ ਕਿ ਬਹੁਤ ਸੋਹਣੀਆਂ ਚੀਜ਼ਾਂ ਤੁਸੀਂ ਲਿਖੀਆਂ ਤੇ ਬਹੁਤ ਸੋਹਣਾ ਪਿਤਾ ਨੂੰ ਬਿਆਨ ਵੀ ਕੀਤਾ ਹੈਗਾ, ਕਿਉਂਕਿ ਬਹੁਤ ਘੱਟ ਚੀਜ਼ਾਂ ਮਾਂ ਤੇ ਅਸੀਂ ਚੀਜ਼ਾਂ ਸੁਣਦੇ ਰਹਿੰਦੇ ਹੈਗੇ ਆ, ਮਾਂ ਤੇ ਕਵਿਤਾਵਾਂ, ਗਾਣੇ, ਫਿਲਮਾਂ ਵੀ ਬਣਨ ਲੱਗ ਗਈਆਂ ਨੇ ਹੁਣ ਤਾਂ, ਤੇ ਪਿੱਛੇ ਜੇ ਵੀ ਫਿਲਮ ਆਈ, ਤੇ ਪਰ ਜਿਹੜਾ ਪਿਤਾ ਨੂੰ ਹੈਗਾ ਉਹ ਕਿਤੇ ਨਾ ਕਿਤੇ ਦੇਣ ਬਹੁਤ ਵੱਡਾ ਹੁੰਦਾ ਪਿਤਾ ਦਾ, ਪਰ ਕਿਤੇ ਨਾ ਕਿਤੇ ਬਹੁਤ ਘੱਟ ਕਵਿਤਾਵਾਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈਗਾ, ਤੇ ਬਹੁਤ ਸੋਹਣਾ ਤੁਸੀਂ ਬਿਆਨ ਕੀਤਾ ਤੇ ਵਧਾਈ ਦੇ ਪਾਤਰ ਹੋ ਤੁਸੀਂ ਇਸ ਦੇ ਕਰਕੇ। ਤੇ ਮਾਸਟਰ ਜੀ, ਇਹ ਚੇਟਕ ਕਿਵੇਂ ਲੱਗੀ ਕਿ ਲਿਖ ਵੀ ਲਵਾਂ ਮੈਂ ਫਿਰ ਹੁਣ? ਮੈਂ ਜਿੱਦਾਂ ਦੱਸਿਆ ਕਿ ਮਨ ਦੇ ਸਕੂਨ ਦੀ ਗੱਲ ਹੈ, ਇੱਕ ਰੂਹ ਦੀ ਗੱਲ ਹੈਗੀ ਹੈ, ਜਿਹੜੇ ਪਾਸੇ ਨੂੰ ਤੁਹਾਡਾ ਮਨ ਲੱਗ ਜੇ, ਕਿ ਰੂਹ ਲੱਗ ਜੇ। ਮੈਂ ਉਹੀ ਦੱਸਿਆ ਕਿ ਜਿੱਦਾਂ ਨੂੰ ਦਿਲ ਕਰਦਾ ਕਿ ਪੈਨ ਚੱਕ ਲਿਆ ਤਾਂ ਪੈਨ, ਜਾਂ ਫਿਰ ਇਹ ਚੌਕ ਘੜਨ ਵਾਲਾ ਪੈਨ ਚੱਕ ਲਿਆ ਉਧਰ ਵੱਲ ਨੂੰ ਹੋ ਗਿਆ, ਜਾਂ ਫਿਰ ਬਰਸ਼। ਇੱਕ ਮਾਈਂਡ ਦੇ ਵਿੱਚ ਥੋਟ ਦੀ ਗੱਲ ਹੈ ਕਿ ਕਈ ਵਾਰ ਜਦੋਂ ਤੁਸੀਂ ਲਿਖਣਾ, ਇੱਕ ਥੋਟ ਪ੍ਰੋਸੈਸ ਇੱਦਾਂ ਦਾ ਹੈਗਾ ਤੁਹਾਡਾ ਕਿ ਲਿਖਣ ਵੱਲ ਤੁਸੀਂ ਰੁਝਾਨ ਹੈਗਾ, ਤਾਂ ਕਈ ਵਾਰ ਇੱਦਾਂ ਹੁੰਦਾ ਕਿ ਤੁਹਾਡੇ ਮਾਈਂਡ ਦੇ ਵਿੱਚ ਇੱਕਦਮ ਚੀਜ਼ ਆਉਂਦੀ ਹੈ, ਫਿਰ ਤੁਹਾਨੂੰ ਕਾਪੀ ਪੈਨ ਨਹੀਂ ਦਿਖਦਾ ਵੀ, ਫਿਰ ਉਹ ਲੈ ਕੇ ਬੈਠ ਜਾਂਦੇ ਤੁਸੀਂ, ਤੇ ਫਿਰ ਉਹਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੇ ਇਹੀ ਕੋਸ਼ਿਸ਼ ਦੇ ਵਿੱਚ ਜਿਹੜੀ ਲਾਈਨਾਂ ਲਿਖੀ ਗਈਆਂ। ਤੇ ਮਾਸਟਰ ਜੀ, ਕੋਈ ਸ਼ੇਰ ਵੀ ਹੋ ਜੇ ਫਿਰ, ਕੋਈ ਸ਼ੇਰੋ ਸ਼ਾਇਰੀ ਦੇ ਵਿੱਚ ਉਹ ਨਮੂਨਾ? ਜੀ ਬਿਲਕੁਲ, ਲੇਟੈਸਟ ਮੈਂ 2 ਲਾਈਨਾਂ ਲਿਖੀਆਂ ਸੀ ਕਿ ਜ਼ਰੂਰ ਸੁਣਾਉਣਾ ਚਾਹਾਂਗਾ ਤੁਹਾਨੂੰ, ਯਾਰ ਬਹੁਤ ਚੰਗੀਆਂ ਲੱਗਣ ਤੁਹਾਨੂੰ ਵੀ। कि सब सोचते हैं चांद आसमान में रहता है, सब सोचते हैं चांद आसमान में रहता है, हालांकि आसमान ची है, पर सब सोचते हैं कि चांद आसमान में रहता है, जबकि उसको तो मैंने चुरा रखा है, जबकि उसको तो मैंने चुरा रखा है, असल में वो रहता है धरती पे मेरे पास, असल में वो रहता है धरती पे मेरे पास, आसमान में तो मैंने आईना लगा रखा है। क्या बात, क्या बात, क्या बात। ਚੰਦ ਨੂੰ ਮੈਂ ਕਹਿੰਦਾ, ਚੰਦ ਬਹੁਤ ਵਾਰੀ ਅਸੀਂ ਗਾਣਿਆਂ 'ਚ ਵੀ ਸੁਣਿਆ ਤੇ ਸ਼ੇਰੋ ਸ਼ਾਇਰੀ ਦੇ ਵਿੱਚ ਵੀ ਸੁਣਿਆ, ਤੇ ਪਰ ਆਹ ਜਿਹੜਾ ਚੰਦ ਹੈਗਾ, ਚੰਦ ਉੱਪਰ ਵਾਲਾ ਇਹਨਾਂ ਨੇ ਨਕਲੀ ਕਰਤਾ, ਆਪਦੇ ਕੋਲੇ ਅਸਲੀ ਰੱਖਿਆ ਹੋਇਆ ਜੀ। ਬਿਲਕੁਲ, ਇਸੇ ਕਰਕੇ ਕਿਹਾ ਕਿ ਚੰਦ ਆਸਮਾਨ 'ਚ ਤਾਂ ਆਈਨਾ ਲਗਾਇਆ ਹੋਇਆ, ਓਰੀਜਨਲ ਮੇਰੇ ਕੋਲ ਹੈ। ਦੇਖੋ, ਬਹੁਤ ਡੂੰਘੀਆਂ ਭਾਵਨਾਵਾਂ ਨੇ ਤੇ ਬਹੁਤ ਡੂੰਘੀਆਂ ਗੱਲਾਂ ਵੀ ਨੇ, ਤੇ ਸ਼ੇਰੋ ਸ਼ਾਇਰੀ ਵੀ ਮਾਸਟਰ ਦੀ ਡੂੰਘੀ ਆ, ਤੇ ਆਪ ਵੀ ਬਹੁਤ ਡੂੰਘੇ ਨੇ, ਕਿਉਂਕਿ ਕਲਾ ਤੁਸੀਂ ਦੇਖ ਸਕਦੇ ਹੋ, ਬਹੁਤ ਵੱਡੀ ਕਲਾ ਇਹਨਾਂ ਦੇ ਕੋਲੇ ਹੈਗੀ ਆ, ਤੇ ਬੱਚਿਆਂ ਨੂੰ ਵੀ ਅੱਗੇ ਇਹ ਵੰਡ ਰਹੇ ਨੇ ਇਹਨਾਂ ਦਾ ਗਿਆਨ। ਤੇ ਮਾਸਟਰ ਜੀ, ਜਾਂਦੇ ਜਾਂਦੇ ਦਰਸ਼ਕਾਂ ਲਈ ਕੋਈ ਸੁਨੇਹਾ? ਦਰਸ਼ਕਾਂ ਨੂੰ ਇਹੀ ਸੁਨੇਹਾ ਹੈ ਜੀ, ਬਸ ਲਾਈਫ ਦੇ ਵਿੱਚ ਇੱਕ ਚੰਗੇ ਰਾਹ ਵੱਲ ਤੁਰੋ, ਕੁਛ ਨਾ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰੋ, ਸਫਲਤਾ ਆਪਣੇ ਆਪ ਤੁਹਾਡੇ ਨਾਲ ਤੁਰੇਗੀ। ਕਿਉਂਕਿ ਆਪਣੇ ਪਰਿਵਾਰ ਵੱਲ, ਆਪਣੇ ਸਮਾਜ ਵੱਲ ਦੇਖ ਕੇ ਕੋਈ ਵੀ ਕੰਮ ਕਰਨਾ ਹੈ ਕਿ ਨਾ ਉਹ ਪਰਿਵਾਰ ਵਾਸਤੇ ਗਲਤ ਹੋਵੇ, ਨਾ ਉਹ ਸਮਾਜ ਵਾਸਤੇ ਗਲਤ ਹੋਵੇ, ਜੋ ਵੀ ਕਰਨਾ ਇੱਕ ਚੰਗਾ ਰਾਹ ਫੜ ਕੇ ਚਲੋ। ਤੇ ਮੈਂ ਇਹ ਕਹੂੰਗਾ ਕਿ ਵਿਲੱਖਣ ਕਲਾਕਾਰ ਦਿਖਾਉਣ ਦੀ ਸਾਡੀ ਜਿਹੜੀ ਰੀਤ ਹੈ ਇਦਾਂ ਹੀ ਚੱਲਦੀ ਰਹੂਗੀ। ਤੁਸੀਂ ਦੇਖਦੇ ਰਹੋ ਚਸਕਾ TV।